Good morning guys. आज ਦਾ ਆਪਣਾ ਐਲਸ ਕਿਉਂ ਕਰ ਅਸੀਂ ਡਿਸਕ੍ਰਾਈਬ ਐਨ 올ਡ ਪਰਸਨ ਯੂ ਨੋ ਐਂਡ ਰਿਸਪੈਕਟ। ਵੀ ਕਿਸੇ 올ਡ ਪਰਸਨ ਬਾਰੇ ਦੱਸੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੇ ਤੁਸੀਂ ਉਹਨਾਂ ਦੀ ਰਿਸਪੈਕਟ ਕਰਦੇ ਹੋਗੇ। ਇਹਦੇ ਵਿੱਚ ਆਪਣੇ ਕਿਊਜ਼ ਕੀ ਨੇ ਜੀ? ਹੂ ਹੀ অর ਸ਼ੀ ਇਜ਼, ਉਹ ਕੌਣ ਆ? ਹਾਊ ਯੂ ਨੋ ਦਿਸ ਪਰਸਨ, ਤੁਸੀਂ ਉਹ ਪਰਸਨ ਨੂੰ ਕਿਵੇਂ ਜਾਣਦੇ ਹੋਗੇ? ਵਟ ਹੀ অর ਸ਼ੀ ਇਜ਼ ਲਾਈਕ, ਉਹ ਕਿੱਦਾਂ ਦੀ ਪਰਸਨੈਲਿਟੀ ਹੈ, ਕਿੱਦਾਂ ਦੇ ਉਹ ਦਿਖਣ ਚ ਨੇਗੇ। ਐਂਡ ਐਕਸਪਲੇਨ, ਕਿ ਦੱਸੋ ਵਾਈ ਯੂ ਰਿਸਪੈਕਟ ਹਿਮ অর ਹਰ, ਕਿ ਤੁਸੀਂ ਉਹਨਾਂ ਨੂੰ ਰਿਸਪੈਕਟ ਕਿਉਂ ਕਰਦੇ ਹੋਗੇ। ਹੁਣ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਪਹਿਲਾਂ ਆਪਾਂ ਕਿਉਂ ਕਾਰਡ ਦੀ ਜਰਨਲ ਲਾਈਨ ਬਣਾਉਣੀ ਹੋਗੀ। ਹੁਣ ਇਹਦੀ ਜਰਨਲ ਲਾਈਨ ਕੀ ਬਣੂਗੀ ਜੀ? ਇਹਦੇ ਚ ਆਪਣੇ ਕੋਲ ਦੋ ਪੁਆਇੰਟਸ ਨੇ ਜੀ, 올ਡ ਪਰਸਨ, ਰਿਸਪੈਕਟ ਐਂਡ ਨੋ। ਇਹ ਤਿੰਨ ਚੀਜ਼ਾਂ ਨੇ, ਇਹਨਾਂ ਨੂੰ ਆਪਾਂ ਕਵਰ ਕਰਾਂਗੇ ਆਪਣੀ ਜਰਨਲ ਲਾਈਨ ਦੇ ਵਿੱਚ। ਸੋ ਕਿਵੇਂ ਕਰਾਂਗੇ? I know many old persons whom I respect, कि मैं बहुत सारे ओल्ड पर्सन ਨੂੰ ਜਾਣਦਾ ਹਾਂ, ਜਾਣਦੀ ਹਾਂ, ਜਿਨ੍ਹਾਂ ਦੀ ਮੈਂ ਰਿਸਪੈਕਟ ਕਰਦਾ ਹਾਂ, ਕਰਦੀ ਹਾਂ। ਹੁਣ ਇੱਥੇ ਇੱਕ ਚੀਜ਼ ਹੋਰ ਕੀ ਲਿਖ ਸਕਦੇ ਹੋ? ਰਿਸਪੈਕਟ ਕੀ ਹੁੰਦਾ ਜੀ? ਰਿਸਪੈਕਟ ਕਰਨਾ ਇੱਕ ਮੈਨਰ ਹੁੰਦੇ ਨੇ, ਇੱਕ ਐਡੀਕੇਟ ਹੁੰਦੇ ਨੇ। ਉਹ ਤੁਸੀਂ ਕੀ ਲਿਖ ਸਕਦੇ ਹੋਗੇ? It is in our religion to respect everyone। ये साडे रिलीजन ਦੇ ਵਿੱਚ ਹੈ ਜੀ, ਵੀ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ ਜੀ। ਅੱਗੇ ਕੀ ਆ ਜਾਊਗਾ ਜੀ? ਇੱਕ ਲਾਈਨ ਹੋਰ ਵਿੱਚ ਕੀ ਐਡ ਕਰਾਂਗੇ ਆਪਾਂ? ਆਪਣੀ ਕਿਊ ਕਾਰਡ ਵਾਲੀ ਲਾਈਨ ਹੈਗੀ 올ਡ ਪਰਸਨ ਯੂ ਨੋ ਐਂਡ ਰਿਸਪੈਕਟ। ਕੀ ਆ ਜਾਊਗਾ ਜੀ ਇਹਦੇ ਵਿੱਚ? Here I would like to mention an old person I respect the most। ਵੀ ਇਸ ਕਿਊ ਕਾਰਡ ਦੇ ਵਿੱਚ here I would like to mention, ਮੈਂ ਮੈਂਸ਼ਨ ਕਰਨਾ ਚਾਹੁੰਦੀ ਹਾਂ ਇੱਕ 올ਡ ਪਰਸਨ ਨੂੰ ਜਿਨ੍ਹਾਂ ਦੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ। ਸੋ ਇਹ ਕਿਊ ਕਾਰਡ ਦੀ ਇੱਕ ਜਰਨਲ ਲਾਈਨ ਹੋਊਗੀ। ਨੈਕਸਟ ਆਪਾਂ ਕੀ ਕਰਿਆ ਸੀਗਾ? ਸਪਾਈਡਰ ਡਾਇਗਰਾਮ ਬਣਾਈ ਸੀਗੀ। ਸਪਾਈਡਰ ਡਾਇਗਰਾਮ ਆਪਾਂ ਕਿਵੇਂ ਬਣਾਈ ਸੀ? ਆਪਾਂ ਸੈਂਟਰ ਦੇ ਵਿੱਚ ਲਿਖ ਲਿਆ ਸੀਗਾ ਕੀ ਸੀ? 올ਡ ਪਰਸਨ ਐਂਡ ਰਿਸਪੈਕਟ। ਹੁਣ ਇਹ ਆਪਣਾ ਪਹਿਲਾ ਪੁਆਇੰਟ ਸੀਗਾ ਜੀ ਜਰਨਲ ਲਾਈਨ, ਜੋ ਆਪਾਂ ਕਵਰ ਕਰ ਚੁੱਕੇ ਹਾਂ। ਸੈਕੰਡ ਪੁਆਇੰਟ ਕੀ ਹੈ ਜੀ ਇਹਦੇ ਵਿੱਚ? who the person is, ਉਹ ਪਰਸਨ ਕੌਣ ਹੋਗਾ। ਠੀਕ ਹੈ ਜੀ। ਨੈਕਸਟ ਪੁਆਇੰਟ ਕੀ ਹੋਊਗਾ ਜੀ? how you know him। ਨੈਕਸਟ ਆਪਣਾ ਥਰਡ ਪੁਆਇੰਟ ਕੀ ਸੀਗਾ ਜੀ? what he or she is like, ਉਹ ਕਿੱਦਾਂ ਦੇ ਨੇ। ਨੈਕਸਟ ਜਿਹੜਾ ਸਭ ਤੋਂ ਮੇਜਰ ਪੁਆਇੰਟ ਹੈ ਜੀ, ਜਿਹੜਾ ਆਪਣਾ ਲੈਂਥੀ ਕਿਊ ਬਣੂਗਾ, ਉਹ ਸੀ why you respect। ਇਹ ਆਪਣੇ ਚਾਰ ਕਿਊਜ਼ ਨੇ। ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਸੇਮ ਪ੍ਰੋਸੀਜਰ ਨਾਲ ਕਿਊ ਕਾਰਡ ਕਰਿਆ ਸੀ। ਹੁਣ ਤੁਸੀਂ who the person is ਆਪਾਂ ਦੱਸ ਚੁੱਕੇ ਹਾਂ। I would like to mention the person whom I respect the most, ਜਿਹਦੇ ਮੈਂ ਸਭ ਤੋਂ ਜ਼ਿਆਦਾ ਰਿਸਪੈਕਟ ਕਰਦਾ। ਹੁਣ ਦੇਖੋ ਨਾ ਆਪਾਂ ਕਿਵੇਂ ਕਰ ਸਕਦੇ? who the person is, he is my grandfather। ਠੀਕ ਹੈ ਜੀ। ਜਿਹੜਾ ਇਹ ਪੁਆਇੰਟ ਹੈ ਇਹ ਵੀ ਇਹਦੇ ਵਿੱਚ ਕਵਰ ਹੋ ਜਾਊਗਾ। ਸੋ ਇਹਨੂੰ ਮਿਟੇ ਹੋਏ ਨੂੰ ਅੱਗੇ ਲਿਖਾਂਗੇ ਆਪਾਂ he is my grandfather। ਇਹਨੂੰ ਜੇ ਇੱਕ ਤੋਂ ਅੱਗੇ ਆਪਾਂ ਲਾਈਨ ਲਿਖਣੀ ਹੈ his name is, ਉਹਨੂੰ ਨੇਮ ਦੀ ਜਗ੍ਹਾ ਇੱਥੇ ਲਿਖ ਲਓ he is my grandfather। ਮਿਸਟਰ ਲਿਖ ਲਓ, ਚਾਹੇ ਸਰਦਾਰ ਲਿਖ ਲਓ, ਜੋ ਮਰਜ਼ੀ ਲਿਖ ਲਓ। ਮਿਸਟਰ ਮਹਿੰਦਰ ਸਿੰਘ ਲਿਖ ਲਓ। ਉਹ ਮੇਰੇ ਗ੍ਰੈਂਡਫਾਦਰ ਨੇ ਜੀ। ਆਪਾਂ ਉਹਨਾਂ ਬਾਰੇ ਕੀ ਦੱਸਾਂਗੇ? he is in his early 70s। ਤੇ ਕਿੱਥੇ ਆਪਾਂ ਨੇ ਡਾਇਰੈਕਟ ਏਜ ਦੱਸ ਦੇਣੀ ਹੈ ਉਹਨਾਂ ਦੀ 70 ਏਜ ਤੇ 70 ਸਾਲ ਦੇ। ਤਾਂ ਆਪਾਂ ਲਾਈਨ ਮੋਲਡ ਕਰਕੇ ਲਿਖਤਾ he is in his early 70s। ਹੁਣ ਉਹਨਾਂ ਦੀ ਸਟੱਡੀ ਬਾਰੇ ਦੱਸ ਦਿਓ ਜੀ, ਵੀ ਉਹਨਾਂ ਨੇ PhD ਕੀਤੀ ਹੈ।
कोई भी स्टडी की है किहड़े सब्जैक्ट में की है जी पंजाबी मैंशन कर दो जो भी सब्जैक्ट तुसीं मैंशन करना चाहुंदे हो वो मैंशन कर दो ठीक है हुण ये हू दा पर्सन बारे आ गया जिहड़ा हाउ यू नो डैट वाला पर्सन सीगा वो की आ गया जो मेरे ग्रैंडफादर ने जी वो गया जी 70s ਦੇ ਵਿੱਚ ਉਹਨੇ PhD ਪੰਜਾਬੀ ਚ ਕੀਤੀ ਹੋਈ ਹੈ ਅੱਗੇ ਆਪਾਂ ਕੀ ਦੱਸਣਾ ਹੈ ਜੀ what he or she is like ਇਹਦੇ ਚ ਆਪਾਂ ਕੀ ਲਿਖ ਸਕਦੇ ਹਾਂਗੇ ਉਹਨਾਂ ਦੀ ਪਰਸਨੈਲਿਟੀ ਬਾਰੇ ਦੱਸਣਾ ਜੀ ਪਰਸਨੈਲਿਟੀ ਕੀ ਦੱਸਾਂਗੇ ਹੀ ਇਜ਼ ਵੈਰੀ टॉल एंड हैंडसम जो बहुत ज्यादा टॉल ते हैंडसम ने वो यूजुअली किहड़े क्लॉथ वेयर करते हैं जी वो यूजुअली कुर्ता पजामा वेयर करते हैं ठीक है जी अगे की हो सकता है जी जो कितना मेरे उन्होंने स्किन टोन बारे दस सकते तुसीं उन्हां दी स्किन टोन कितना दी है ठीक है जी होर इहदे की कह सकते होगे जिहड़ा आपां पढ़ाई वाला पॉइंट करके गए सी ਉਹਦੇ ਚ ਆਪਾਂ ਕੀ ਕਰ ਲਓਗੇ नाउ ही इज द रिटायर्ड लेक्चरर व्यू एक रिटायर्ड लेक्चरर ने ठीक है जी उस तो बाद उन्होंने बारे दसता एक पॉइंट विच आप होर की ऐड कर सकते हैं लेंथी करने के लिए इस की प्रोवाइड कर सकते हैं ही प्रोवाइड्स फ्री ट्यूशंस टू दी स्टूडेंट्स केड़े स्टूडेंट्स ਨੂੰ जी हु कांट अफोर्ड जेडे के अफोर्ड नहीं कर सकते उन्होंने वो फ्री ट्यूशंस प्रोवाइड करते हैं हुण ਇਹਦੇ ਚ आ गया नेक्स्ट पॉइंट अपना की सीगा जी व्हाई यू रिस्पेक्ट कि ਤੁਸੀਂ ਉਹਨਾਂ ਦੀ रिस्पेक्ट क्यों करते होगे इस ਤੁਸੀਂ स्टार्ट कर सकते होगे देयर आर मल्टीफेरियस रीजंस मल्टीफेरियस का मीनिंग होता है कि बहुत सारे रीजंस ने रीजंस व्हाई आई रिस्पेक्ट हिम ठीक है जी हुण ਇਹਦੇ ਵਿੱਚ ਤੁਸੀਂ ਕੀ ਲਿਖ ਸਕਦੇ ਹੋਗੇ ਵੀ ਉਹਨਾਂ ਦੀ ਕਿਉਂ ਰਿਸਪੈਕਟ ਕਰਦੇ ਹੋ ਇੱਕ ਤਾਂ ਆਪਾਂ ਦੱਸ ਸਕਦੇ ਹਾਂ ਜੀ ਉਹ ਜਦੋਂ ਵੀ ਮੈਨੂੰ ਕੋਈ ਚੀਜ਼ ਚਾਹੀਦੀ ਹੁੰਦੀ ਹੈ whenever I need anything and my parents disagree to it he always helps me to get that thing वो मैनू चीज लैन दे विच हमेशा हेल्प कर देंगे ये पॉइंट हो गए जी होर तुसी की पॉइंट है जेहदे विच मेंशन कर सकते होगे होर तुसी पॉइंट लिख लो भी वो बहुत ज्यादा पोलाइट ने उन्हां दा जिहड़ा बिहेवियर है वो बहुत ज्यादा नाइस है वो हमेशा हेल्प करते हैं पुअर एंड नीडी पीपल दी होर की कह सकते हो जी व्यू ऑफ दी जो उन्होंने पेंशन आती है जो उन्होंने इनकम आती है जी इनकम सी जी वो हमेशा आपकी हाफ इनकम है जी वो चैरिटी नू डोनेट कर देंगे ये पॉइंट आ गया होर पॉइंट की होंगे जी आप सोचोगे भी उन्होंने परसेंट बारे आप दस चुके हैं भी वो फ्री ट्यूशनस देंगे ने वो पोलाइट परसन ने हेल्प करते हैं नीडी पीपल की इनकम उन्होंने सब कुछ उन्होंने बहुत ज़्यादा वधिया है होर की कह सकते होंगे भी वो ही इज वेरी काम एंड कोऑपरेटिव वो बहुत ज़्यादा काम ते कोऑपरेटिव ने सब दे नाल ताल करके सी उन्होंने रिस्पेक्ट कर देंगे होर इस की कर सकते हो जी इस तुसी कह सकते हो कि उन्होंने एज के अकॉर्डिंग एज आई टोल्ड यू कि उन्होंने एज है जी वो 70s है बट वो बहुत ज्यादा हेल्थ कॉन्शियस ने हेल्थ कॉन्शियस मीन की हो गया जी वो आपकी मॉर्निंग एंड इवनिंग वॉक नहीं कदे मिस कर देंगे होर की कह सकते हो वो डेली एक्सरसाइज करते रहेंगे एंड हमेशा उन्हें जो ही इज ऑलवेज रेडी टू हेल्प एवरीवन ये पॉइंट हो गई जी होर की मेंशन कर सकते हो अपने पॉइंट आ सकता कि जो भी कोई साडे
ਹੋਮ ਟਾਊਨ ਦੇ ਵਿੱਚ ਜੋ ਗਰੀਬ ਨੇਗੇ, ਜਿਹਨਾਂ ਨੂੰ ਕੋਈ ਜ਼ਰੂਰਤ ਹੁੰਦੀ ਹੈਗੀ, ਜਿਹੜੇ ਕੋਈ ਪੂਅਰ ਪੀਪਲ ਹੁੰਦੇ ਨੇਗੇ ਜਾਂ ਕੋਈ ਵੀ ਨੀਡੀ ਹੁੰਦੇ ਨੇਗੇ, ਉਹਨਾਂ ਦੇ ਜੋ ਕੋਈ ਚਾਈਲਡ ਹੁੰਦਾਗਾ ਅਫੋਰਡ देयर ਚਾਈਲਡ ਐਜੂਕੇਸ਼ਨ, ਉਹਨਾਂ ਦੀ ਐਜੂਕੇਸ਼ਨ ਦੇ ਪੈਸੇ ਭਰਦੇ ਨੇਗੇ। ਹੋਰ ਕੀ ਕਹਿ ਸਕਦੇ ਹੋਗੇ, ਹੈਲਪ ਕਰਦੇ ਨੇਗੇ ਲੋਕਾਂ ਦੀ ਉਹਨਾਂ ਦੇ ਚਾਈਲਡ ਮੈਰਿਜ ਦੇ ਵਿੱਚ, ਪੂਅਰ ਲੋਕਾਂ ਦੀ ਚਾਈਲਡ ਦੇ ਮੈਰਿਜ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਨੇ। ਤੇ ਕੀ ਸੀ ਕਹਿੰਦਾ ਸਾਰੇ ਪੁਆਇੰਟ ਆਪਾਂ ਹੂ ਦਾ ਪਰਸਨ ਇਜ਼ ਆਪਾਂ ਨੂੰ ਕਿੱਦਾਂ ਜਾਣਦੇ ਉਹ ਆਪਣੇ ਆਗੇ ਕਿੱਦਾਂ ਦੇ ਲਿਖਣ, ਕਿੱਦਾਂ ਦੇ ਦਿਖਣ ਚ ਨੇ, ਕਿੱਦਾਂ ਦਾ ਉਹਦਾ ਬਿਹੇਵੀਅਰ। ਸਭ ਤੋਂ ਮੇਜਰ ਪੁਆਇੰਟ ਸੀਗਾ ਆਪਣਾ ਵਾਈ ਯੂ ਰਿਸਪੈਕਟ। ਰਿਸਪੈਕਟ ਵਾਲੇ ਚ ਆਪਾਂ ਕਿੰਨੇ ਮੈਂਸ਼ਨ ਕਰ ਦਿੱਤੇ ਜੀ ਵੀ ਉਹ ਫ੍ਰੀ ਟਿਊਸ਼ਨ ਪ੍ਰੋਵਾਈਡ ਕਰਦੇ ਨੇ, ਉਹ ਅੱਜ ਕੱਲ੍ਹ ਮਾਰਨਿੰਗ ਈਵਨਿੰਗ ਵਾਕ ਨਹੀਂ ਛੱਡਦੇ, ਉਹ ਹੈਲਥ ਕੌਨਸ਼ੀਅਸ ਨੇ। ਹੋਰ ਕੀ ਕਹਿ ਸਕਦੇ ਹੋ, ਉਹ ਹਮੇਸ਼ਾ ਜਿਹੜੇ ਪੂਅਰ ਪੀਪਲ ਨੇ ਉਹਨਾਂ ਦੇ ਸਟੂਡੈਂਟ ਨੇ, ਜੋ ਉਹਨਾਂ ਦੇ ਬੱਚੇ ਨੇ ਜੋ ਸਟੱਡੀ ਦੀ ਪੇ ਨੂੰ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੀ ਸਟੱਡੀ ਦੀ ਪੇ ਕਰਦੇ ਨੇ। ਦੈਨ ਜਿਹੜੇ ਗਰੀਬ ਹੁੰਦੇ ਨੇਗੇ, ਜਿਹਨਾਂ ਉਹਨਾਂ ਦੀ ਬੱਚਿਆਂ ਦੀ ਸ਼ਾਦੀ ਦੇ ਵਿੱਚ, ਉਹਨਾਂ ਦੀ ਮੈਰਿਜ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਨੇਗੇ। ਹਰੇਕ ਬੰਦੇ ਨਾਲ ਪੋਲਾਈਟਲੀ ਬਿਹੇਵ ਕਰਦੇ ਨੇ, ਹਰੇਕ ਬੰਦੇ ਦੀ ਹੈਲਪ ਲਈ ਹਮੇਸ਼ਾ ਰੈਡੀ ਰਹਿੰਦੇ ਨੇ। ਜੋ ਵੀ ਕੋਈ ਗਰੀਬ ਨੇ, ਕੋਈ ਪੂਅਰ ਨੇ, ਉਹਨਾਂ ਦੀ ਹਮੇਸ਼ਾ ਹੈਲਪ ਕਰਦੇ ਨੇ। ਸੋ ਆਪਣਾ ਜਿਹੜਾ ਵਾਈ ਵਾਲਾ ਪੁਆਇੰਟ ਸੀਗਾ ਇਹ ਬਹੁਤ ਜ਼ਿਆਦਾ ਲੈਂਥੀ ਬਣਦਾ ਹੁੰਦਾ, ਜਿੱਥੇ ਕਿਤੇ ਆਪਾਂ ਨੂੰ ਵਾਈ ਪੁੱਛ ਲੈਂਦੇ ਵੀ ਵਾਈ ਯੂ ਰਿਸਪੈਕਟ, ਵਾਈ ਯੂ admire that person, why you are interested in that person। ਕੋਈ ਵੀ ਗੱਲ ਕਿਉਂ ਕਰ ਆਉਂਦਾ ਉਹਦੇ ਵਿੱਚ ਇਹਨੂੰ ਵਾਈ ਵਾਲੇ ਪੁਆਇੰਟ ਨੂੰ ਬਹੁਤ ਜ਼ਿਆਦਾ ਲੈਂਥੀ ਕਰ ਸਕਦੇ ਹਾਂ ਜੀ। ਸੋ ਇਹ ਕਿਉਂ ਕਰ ਸੀਗਾ। ਹੁਣ ਇਹਨੂੰ ਜੇ ਆਪਾਂ ਸਿੰਪਲ ਪੁਆਇੰਟਸ ਦੇ ਵਿੱਚ ਲਿਖਣਾ ਹੋਵੇ, ਹੁਣ ਬੱਚੇ ਨੇ ਕਹਿਣਾ ਵੀ ਸਰ ਐਗਜ਼ਾਮ ਦੇ ਵਿੱਚ ਅਸੀਂ ਇਹ ਪ੍ਰਪੇਅਰ ਕਰਨਾ, ਐਗਜ਼ਾਮ ਚ 1 ਮਿੰਟ ਦੇ ਵਿੱਚ ਕਿੱਦਾਂ ਕਰਾਂਗੇ। ਜਰਨਲ ਲਾਈਨ ਹੋ ਜੂਗੀ, ਕੀ ਬੋਲੂਗੀ ਜੀ, ਮੇਰੇ ਗ੍ਰੈਂਡਫਾਦਰ ਨੇ, ਠੀਕ ਹੈ ਜੀ, 70s ਦੇ ਵਿੱਚ ਨੇਗੇ, ਉਹ ਕੀ ਨੇਗੇ, ਰਿਟਾਇਰਡ ਲੈਕਚਰਰ ਨੇ। ਹੋਰ ਉਹਨਾਂ ਦੀ ਕਿੱਦਾਂ ਦੇ ਦੇਖਦੇ ਨੇਗੇ, ਉਹ ਯੂਜ਼ਲੀ ਵੇਅਰ ਕੀ ਕਰਦੇ ਨੇਗੇ, ਕੁੜਤਾ ਪਜਾਮਾ ਵੇਅਰ ਕਰਦੇ ਨੇ ਯੂਜ਼ਲੀ। ਹੋਰ ਉਹਨਾਂ ਨੂੰ ਕੀ ਕਹੋਗੇ, ਟਾਲ ਐਂਡ ਹੈਂਡਸਮ ਨੇਗੇ, ਉਹ ਹਮੇਸ਼ਾ ਟਰਬਨ ਵੇਅਰ ਕਰਦੇ ਨੇਗੇ। ਇਹ ਪੁਆਇੰਟ ਆ ਜਾਣਗੇ। ਅੱਗੇ ਸੀ ਵਾਈ ਯੂ ਰਿਸਪੈਕਟ ਜੀ। ਵਾਈ ਯੂ ਰਿਸਪੈਕਟ ਵਾਲੇ ਪੁਆਇੰਟ ਦੇ ਵਿੱਚ ਕੀ ਆ ਜੂਗਾ ਜੀ, poor people help, polite to everyone, always help everyone, pay ਕਰਦੇ ਨੇਗੇ ਪੂਅਰ ਸਟੂਡੈਂਟਸ ਦੀ ਐਜੂਕੇਸ਼ਨ ਲਈ। ਹੋਰ ਕੀ ਕਹਿ ਸਕਦੇ ਹਾਂ ਜੀ ਆਪਾਂ ਵੀ ਉਹਨਾਂ ਦੀ ਮੈਰਿਜਸ ਦੇ ਵਿੱਚ ਜੋ ਗਰੀਬ ਬੰਦੇ ਉਹਨਾਂ ਨੂੰ ਹੈਲਪ ਕਰਦੇ ਨੇ। ਹੋਰ ਕੀ ਆ ਸਕਦਾ ਸੀਗਾ, ਆਪਦੀ ਚੈਰਿਟੀ ਦੀ ਜਿਹੜੀ ਚੈਰਿਟੀ ਆ ਉਹਨੂੰ ਆਪਦੀ ਇਨਕਮ ਆ ਜਿਹੜੀ ਉਹ ਡੋਨੇਟ ਕਰਦੇ ਨੇ। ਤਾਂ ਸਾਰੇ ਪੁਆਇੰਟ ਆ ਜਾਣਗੇ। ਸੋ ਐਂਡ ਤੇ ਜਿਹੜਾ ਐਂਡ ਪੁਆਇੰਟ ਹੈਗਾ ਉਹਦੇ 'ਚ ਤੁਸੀਂ ਕੀ ਲਿਖੋਗੇ, ਸੋ ਅਕੋਰਡਿੰਗ ਟੂ ਮੀ ਹੀ deserves all the respect। ਹਮੇਸ਼ਾ ਧਿਆਨ ਰੱਖਣਾ ਲਾਈਨ ਦੇ ਵਿੱਚ ਜੋ ਵੀ ਪਰਸਨੈਲਿਟੀ ਦੇ ਕਿਉਂ ਘੜ ਆਉਂਦੇ ਨੇ ਉਹਦੇ ਵਿੱਚ ਇੱਕ ਦੱਸ ਦੇਣਾ ਵੀ ਵਾਈ ਯੂ ਰਿਸਪੈਕਟ ਦੈਟ ਪਰਸਨ। ਤੁਸੀਂ ਕਿਉਂਕਿ ਉਹ ਇਹ ਚੀਜ਼ ਨੂੰ ਡਿਜ਼ਰਵ ਕਰਦੇ ਨੇ ਤਾਂ ਉਹਨਾਂ ਦੀ ਰਿਸਪੈਕਟ ਕਰਦੇ ਨੇ, ਕਿਉਂਕਿ ਉਹ ਬਹੁਤ ਸਾਰੇ ਲੋਕਾਂ ਲਈ ਕੰਮ ਕਰਦੇ ਨੇ। ਠੀਕ ਹੈ, ਕੋਈ ਹੋਰ ਆ ਜਾਂਦਾ ਵੀ ਤੁਸੀਂ ਪਰਸਨ ਦੇ ਵਿੱਚ ਕਿਉਂ ਇੰਟਰਸਟਡ ਹੋ, ਕਿਉਂ ਇੰਟਰਸਟਡ ਹੋ, ਬਿਕਾਜ਼ ਉਹਦੀਆਂ ਕੁਆਲਿਟੀਜ਼ ਇਦਾਂ ਦੀਆਂ ਨੇ, ਮੈਂ ਉਹਦੀਆਂ ਕੁਆਲਿਟੀਜ਼ ਗੇਨ ਕਰਨਾ ਚਾਹੁੰਦੀ ਹਾਂ ਜਾਂ ਚਾਹੁੰਦਾਗਾ। ਸੋ ਐਂਡ ਤੇ ਉਹਨੂੰ ਮੈਂਸ਼ਨ ਕਰਦਾ ਕਰੋ ਸਪੀਕਿੰਗ ਯੂ ਕਰਨ ਦੇ ਵਿੱਚ। ਤੇ ਮੋਸਟਲੀ ਇਹਨਾਂ ਵਿੱਚ ਈਡੀਐਮ ਦੇਂਗੇ, ਈਡੀਐਮ ਤੁਹਾਨੂੰ ਕਿਸੇ ਨੈਕਸਟ ਵੀਡੀਓ ਦੇ ਵਿੱਚ ਅਸੀਂ ਪ੍ਰੋਵਾਈਡ ਕਰਾਂਗੇ। ਈਡੀਐਮ ਦੇ ਜਿਹੜੇ ਉਹਨੂੰ ਸਪੀਕਿੰਗ ਦੇ ਵਿੱਚ ਐਡ ਕਰਦੇ ਕਰੋ। ਸੋ ਜੋ ਤੁਹਾਡਾ ਜਿਹੜਾ ਈਡੀਐਮ ਯੂਜ਼ ਕਰਨ ਦੇ ਨਾਲ ਤੁਹਾਡਾ ਵਨ ਬੈਂਡ ਹੈ ਜਿਹੜਾ ਉਹ ਇਨਕਰੀਜ਼ ਹੋ ਜਾਂਦਾ ਹੈ ਜੇ ਸਪੀਕਿੰਗ ਦੇ ਵਿੱਚ ਤੁਸੀਂ ਈਡੀਐਮ ਯੂਜ਼ ਕਰਦੇ ਹੋਗੇ। ਐਂਡ ਇਹਦੇ ਦੇਖੋ ਆਪਾਂ ਕੋਈ ਵੀ ਰੈਪੀਟੇਸ਼ਨ ਨਹੀਂ ਆਈ ਹੈਗੀ, ਆਪਾਂ ਅਲੱਗ-ਅਲੱਗ ਲਿਖ ਸਕਦੇ ਸੀ ਉਹ ਆਪਾਂ ਇਹ ਜਿਹੜੀ ਅੱਗੇ ਹੀ ਹੈਲਪ ਪੂਅਰ ਪੀਪਲ ਜਾਂ ਕੁਝ ਵੀ ਲਿਖ ਸਕਦੇ, ਬਟ ਆਪਾਂ ਅਲੱਗ-ਅਲੱਗ ਪੁਆਇੰਟ ਰੱਖੇ, ਅਲੱਗ-ਅਲੱਗ ਪੁਆਇੰਟ ਆਪਾਂ ਅਲੱਗ-ਅਲੱਗ ਪੁਆਇੰਟ ਆਫ ਵਿਊ ਤੇ ਐਕਸਪਲੇਨ ਕੀਤੇ। ਸੋ ਇਹ ਵੀਡੀਓ ਨੂੰ ਧਿਆਨ 'ਚ ਰੱਖਣਾ, ਹਮੇਸ਼ਾ ਕਿਉਂ ਕਰ ਇਦਾਂ ਹੀ ਪ੍ਰਪੇਅਰ ਕਰਨਾ। ਕਦੇ ਵੀ ਅਜੇ ਪੈਰਾਗ੍ਰਾਫ ਬਣਾ ਕੇ ਕਿਉ ਕਾਰਡ ਪ੍ਰਪੇਅਰ ਨਹੀਂ ਕਰਨਾ, ਬਿਕਾਜ਼ ਉਹ ਤੁਸੀਂ ਕ੍ਰੈਮਿੰਗ ਕਰੋਗੇ, ਰੱਟਾ ਲਾਓਗੇ, ਉਹਨੂੰ ਐਗਜ਼ਾਮ ਦੇ ਵਿੱਚ ਜਾ ਕੇ ਤੁਸੀਂ ਇਹਨੂੰ ਪ੍ਰਪੇਅਰ ਕਰਨ ਦੇ ਕੈਪੇਬਲ ਨਹੀਂ ਹੋਗੇ। ਹਮੇਸ਼ਾ